ਸੱਚਖੰਡ ਸ੍ਰੀ ਦਰਬਾਰ ਸਾਹਿਬ ਨਾਲ ਸੰਬੰਧਿਤ ਸਰਾਵਾਂ ਨੂੰ ਭਾਰਤ ਸਰਕਾਰ ਵੱਲੋਂ GST ਦੇ ਘੇਰੇ ਵਿੱਚ ਲੈਣ ਤੋਂ ਬਾਅਦ ਸਿੱਖ ਸੰਗਤਾਂ ਤੇ SGPC ਦੇ ਮਨ ਵਿੱਚ ਰੋਸ ਪਾਇਆ ਜਾ ਰਿਹਾ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਲੀ ਸੰਗਤ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਹੈ। ਸੰਗਤਾਂ ਦਾ ਕਹਿਣਾ ਹੈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਅਮੀਰ ਤੋਂ ਲੈ ਕੇ ਗਰੀਬ ਤੱਕ ਇੱਥੇ ਪਹੁੰਚਦੇ ਨੇ, ਪਰ ਇਸ ਦੌਰਾਨ ਹੋਟਲਾਂ ਅਤੇ ਸਰਾਵਾਂ ਤੇ GST ਲਾਉਣਾ ਮੰਦਭਾਗਾ ਹੈ। ਸੰਗਤ ਨੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਵੀ ਮੰਗ ਕੀਤੀ ਹੈ। ਕਈ ਅਰਸੇ ਤੋਂ ਜਦ ਤੋਂ ਗੁਰੂ ਰਾਮਦਾਸ ਸਾਹਿਬ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਸਾਇਆ, ਉਦੋਂ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਇਰਦ ਗਿਰਦ ਬੁੰਗੇ ਹੁੰਦੇ ਸਨ। ਪਿੰਡਾਂ ਤੋਂ ਲੋਕ ਆ ਕੇ ਉੱਥੇ ਠਹਿਰਦੇ ਹੁੰਦੇ ਸਨ। ਉਹ ਬੁੰਗਿਆਂ ਦੀ ਪ੍ਰਥਾ ਖਤਮ ਹੋਈ। ਉਹਨਾਂ ਦੀ ਜਗ੍ਹਾ ਜਿਹੜੀ ਹੈ ਇੱਥੋਂ ਦੇ ਛੋਟੇ ਛੋਟੇ ਗੈਸਟ ਹਾਊਸ ਹੋਟਲਾਂ ਨੇ ਲਈ। ਇਹ ਹੋਟਲਾਂ ਨੂੰ ਅੱਜ ਪਹਿਲੀ ਵਾਰੀ ਜਿਹੜਾ ਕਿ ਸਰਕਾਰਾਂ ਨੇ GST ਲਾਗੂ ਕਰ ਦਿੱਤੀ ਹੈ। GST ਇੱਕ ਸਧਾਰਨ ਬੰਦਾ ਜਦੋਂ ਕਿ ਘਰੋਂ ਤੁਰ ਕੇ ਆਉਂਦਾ ਹੈ ਕਿ ਮੈਂ ਲੰਗਰ ਪਾਣੀ ਅੰਮ੍ਰਿਤਸਰ ਛਕਾਂਗਾ ਅਤੇ ਸਰਾਂ ਦੇ ਵਿੱਚ ਮੈਨੂੰ ਕਮਰਾ ਮਿਲ ਜਾਏਗਾ, ਉਹਨੂੰ ਜਦੋਂ ਸਰਾਂ ਦੇ ਵਿੱਚ ਕਮਰਾ ਤਾਦਾਦ ਯਾਤਰੂਆਂ ਦੀ ਜ਼ਿਆਦਾ ਹੋਣ ਕਰਕੇ ਕਮਰਾ ਨਹੀਂ ਮਿਲਦਾ, ਉਹ ਆ ਕੇ ਨੇੜੇ ਦੇ ਸਸਤੇ ਜਿਹੇ ਗੈਸਟ ਹਾਊਸ ਦੇ ਵਿੱਚ ਕਮਰਾ ਲੈਣ ਦੀ ਕੋਸ਼ਿਸ਼ ਕਰਦਾ ਹੈ। ਅਤੇ ਉਹਦੇ ਉੱਤੇ ਵੀ ਸਰਕਾਰ ਨੇ ਜਿਹੜਾ GST ਲਾ ਦੇਣਾ, ਇਹ ਇੱਕ ਟੂਰਿਜ਼ਮ ਦੇ ਉੱਤੇ, ਇੱਕ ਯਾਤਰੂਆਂ ਤੇ, ਇੱਕ ਗੁਰੂ ਮਹਾਰਾਜ ਦੀ ਸੰਗਤ ਦੇ ਉੱਤੇ ਸਰਾਸਰ ਜ਼ੁਲਮ ਹੈ। ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਹਰਿਮੰਦਰ ਸਾਹਿਬ ਆਈਆਂ ਸੰਗਤਾਂ ਦੇ ਉੱਤੇ ਟੈਕਸ ਲਾ ਦਿੱਤਾ ਗਿਆ, ਦਰਸ਼ਨਾਂ 'ਤੇ ਟੈਕਸ ਲਾ ਦਿੱਤਾ ਗਿਆ, ਜੋ ਕਿ ਸਾਨੂੰ ਬਿਲਕੁਲ ਬਰਦਾਸ਼ਤ ਨਹੀਂਗਾ। ਇਹ ਟੈਕਸ ਜਿਹੜਾ ਵੱਡੇ ਹੋਟਲਾਂ 'ਚ, ਲਗਜ਼ਰੀ ਹੋਟਲਾਂ 'ਚ, ਜਿੱਥੇ ਆ ਕੇ ਲੋਕ ਸ਼ਾਨਦਾਰ ਹੋਟਲਾਂ ਦੇ ਵਿੱਚ ਆ ਕੇ ਰਹਿੰਦੇ ਸੀ, ਨਾ ਤਾਂ ਉਹਨਾਂ ਨੂੰ ਟੈਕਸ ਦਾ ਫਰਕ ਪੈਂਦਾ ਸੀ, ਨਾ ਹੀ ਉਹਨਾਂ ਨੂੰ ਕਿਸੇ ਕਿਸਮ ਦੀ ਹੋਰ ਖਰਚੇ ਦੀ ਕੋਈ ਫਿਕਰ ਦਿਮਾਗ ਦੇ ਵਿੱਚ ਹੁੰਦਾ ਸੀ। ਇਹ ਯਾਤਰੂ ਜਿਹੜਾ 500 ਰੁਪਏ ਦਾ ਕਮਰਾ ਲਏਗਾ, ਕਿ ਉਹਨੂੰ ਟੈਕਸ ਲਾਉਣਾ ਵਾਜਬ ਹੈ? ਕਿ ਇਹ ਸਰਕਾਰ ਸੋਚੇ ਕਿ ਇਹ ਇੱਕ ਕਿਸੇ ਦੀ ਗਰਹੀ ਖੋਹਣ ਵਾਲੀ ਗੱਲ ਆ। ਯਾਤਰੂਆਂ ਦੀ, ਹਰਿਮੰਦਰ ਸਾਹਿਬ ਆਏ ਯਾਤਰੂਆਂ ਦੀ ਮੂੰਹ ਦੇ ਵਿੱਚੋਂ ਗਰਹੀ ਖੋਹਣ ਵਾਲੀ ਗੱਲ ਆ। ਜਿਹੜਾ ਬੰਦਾ ਸੋਚ ਕੇ ਆਉਂਦਾ, ਘਰੋਂ ਲੈ ਕੇ ਆਉਂਦਾ 1000-2000 ਰੁਪਏ ਲੈ ਕੇ ਵੀ ਲੰਗਰ ਪਾਣੀ ਉੱਥੇ ਛਕ ਲਵਾਂਗੇ ਅਤੇ ਯਾਤਰਾ ਦੇ ਵਿੱਚ ਜਾਂ ਪਰਿਕਰਮਾ 'ਚ ਸੌ ਜਾਵਾਂਗੇ, ਜੇ ਉਹਨੂੰ ਉੱਥੇ ਜਗ੍ਹਾ ਨਹੀਂ ਮਿਲਦੀ ਤਾਂ ਆ ਕੇ ਗੈਸਟ ਹਾਊਸ 'ਚ ਕਮਰਾ ਲਏਗਾ ਅਤੇ ਉਹਦੇ ਉੱਤੇ ਉਹਨੂੰ GST ਲਾ ਦਿੱਤਾ ਜਾਵੇ। ਇਹ ਬਿਲਕੁਲ ਨਾਇਨਸਾਫੀ ਹੈ। ਸ਼੍ਰੋਮਣੀ ਕਮੇਟੀ ਨੇ ਵੀ ਇਸ ਦੀ ਵਿਰੋਧਤਾ ਕੀਤੀ ਹੈ। ਹੋਰ ਵੀ ਸਾਰੀਆਂ ਸੰਸਥਾਵਾਂ, ਸਾਰੀਆਂ ਜਿੰਨੀਆਂ ਕਿ ਅੰਮ੍ਰਿਤਸਰ ਦੀਆਂ ਅਤੇ ਪੰਜਾਬ ਦੀਆਂ ਸੰਸਥਾਵਾਂ ਨੇ, ਉਹਨਾਂ ਨੇ ਇਹ ਨਿਖੇਧੀ ਕੀਤੀ ਹੈ। ਇਹਨੂੰ ਇੱਕ ਵਾਰੀ ਦੁਬਾਰਾ ਇਹਦੇ ਉੱਤੇ ਸੋਚ ਕਰਨੀ ਚਾਹੀਦੀ ਹੈ। ਛੋਟੇ ਛੋਟੇ ਹੋਟਲ ਗੈਸਟ ਹਾਊਸਾਂ ਦੇ ਉੱਤੇ ਜਿਹੜਾ ਕਿ ਠੀਕ ਹੈ, ਇਸ ਇਲਾਕੇ ਨੂੰ 12 ਦਰਵਾਜ਼ਿਆਂ ਦੇ ਅੰਦਰ ਜਿਹੜਾ ਹਰਿਮੰਦਰ ਸਾਹਿਬ ਦਾ ਏਰੀਆ, ਦੁਰਗਿਆਣਾ ਮੰਦਿਰ ਦਾ ਏਰੀਆ, ਰਾਮ ਤੀਰਥ ਸਾਹਿਬ ਦਾ ਏਰੀਆ, ਜਿਹੜਾ ਇਸ ਏਰੀਆ ਨੂੰ ਬਿਲਕੁਲ ਟੈਕਸ ਮੁਕਤ ਹੋਣਾ ਚਾਹੀਦਾ। ਅਸੀਂ ਤਾਂ ਪਹਿਲੇ ਸਗੋਂ ਉਲਟਾ ਕੋਈ ਸਬਸਿਡੀ ਮੰਗ ਰਹੇ ਹਾਂ। ਸਬਸਿਡੀ ਤਾਂ ਸਾਨੂੰ ਦੇਣੋਂ ਰਹੇ ਅਤੇ ਉਲਟਾ ਸਾਡੇ ਦੇ ਉੱਤੇ ਜੇ GST ਲਾਗੂ ਕਰ ਦਿੱਤੀ ਜਾਏਗੀ ਤਾਂ ਇਹ ਬੜੀ ਗੱਲ ਆ। ਇਸ ਚੀਜ਼ ਦਾ ਬੜਾ ਨਿੰਦਣਯੋਗ ਇਹ ਸਟੈਪ ਆ ਸਰਕਾਰ ਦਾ। ਸੋ ਇਹਦੇ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਇਸ ਵਿੱਚ ਸਾਨੂੰ ਹੁਣੇ ਪਤਾ ਲੱਗਿਆ ਕਿ ਕੇਂਦਰ ਸਰਕਾਰ ਨੇ ਅਤੇ ਰਾਜ ਸਰਕਾਰ ਨੇ GST ਲਾਇਆ ਹੈ ਸਾਰਿਆਂ ਵਿੱਚ। ਸਾਡਾ ਸਰਕਾਰ ਨੂੰ ਇਹ ਬੇਨਤੀ ਹੈ ਕਿ ਜੋ 1000 ਤੋਂ ਘੱਟ ਰੂਮ ਦੇ ਚਾਰਜਿਸ ਉਹਦੇ ਵਿੱਚ GST ਨਾ ਲੱਗੇ, ਕਿਉਂਕਿ ਸਰਾਏ ਵਿੱਚ ਅਲੱਗ-ਅਲੱਗ ਪ੍ਰਾਂਤਾਂ ਤੋਂ, ਨਿਮਨ ਤਬਕੇ ਤੋਂ ਆਉਂਦੇ ਨੇ ਸ਼ਰਧਾਲੂ, ਅਤੇ 1000 ਤੋਂ ਜੋ ਜ਼ਿਆਦਾ ਦਾ ਰੇਂਟ ਹੈ ਉਹਦੇ ਉੱਤੇ GST ਲਾਉਣਾ ਚਾਹੀਦਾ ਹੈ, ਕਿਉਂਕਿ GST ਵੀ ਜ਼ਰੂਰੀ ਹੈ ਕੇਂਦਰ ਸਰਕਾਰ ਨੂੰ ਮਜ਼ਬੂਤ ਕਰਨ ਵਾਸਤੇ, ਭਾਰਤ ਸਰਕਾਰ ਨੂੰ ਮਜ਼ਬੂਤ ਕਰਨ ਵਾਸਤੇ ਅਤੇ ਰਾਜ ਸਰਕਾਰ ਨੂੰ ਮਜ਼ਬੂਤ ਕਰਨ ਵਾਸਤੇ। GST ਲੱਗਣਾ ਚਾਹੀਦਾ ਹੈ, ਲੇਕਿਨ 1000 ਤੋਂ ਉੱਤੇ ਦੇ ਰੂਮ ਦੇ ਰੈਂਟ ਵਿੱਚ। ਲੋਕਾਂ ਦੀ ਜੇਬ ਉੱਤੇ ਕਿੰਨਾ ਕੁ ਫਰਕ ਪਿਆ? ਦੇਖੋ, ਦੇਸ਼ ਨੂੰ ਅੱਗੇ ਵਧਾਉਣਾ ਹੈ। ਬਾਕੀ ਦੇਸ਼ਾਂ ਦਾ ਵੀ ਅਸੀਂ ਹਾਲ ਵੇਖ ਰਹੇ ਹਾਂ। ਸਮੇਂ ਦੀ ਮੰਗ ਹੈ ਉਹ। ਬਾਕੀ ਦੇਸ਼ਾਂ ਦਾ ਵੀ ਹਾਲ ਅਸੀਂ ਵੇਖ ਰਹੇ ਹਾਂ ਅਤੇ ਸਰਕਾਰ ਨੂੰ ਮਜ਼ਬੂਤ ਹੋਣਾ ਚਾਹੀਦਾ, ਭਾਰਤ ਸਰਕਾਰ ਨੂੰ ਮਜ਼ਬੂਤ ਹੋਣਾ ਚਾਹੀਦਾ। ਉਸ ਕੜੀ ਵਿੱਚ ਇਹ GST ਸਾਡੇ ਹਿੱਤ ਵਿੱਚ ਹੈ, ਅਹਿਤ ਵਿੱਚ ਨਹੀਂ। ਲੇਕਿਨ ਹਾਂ, 5000-4000 ਦੇ ਕਮਰੇ ਹੋਣ, ਉਹਦੇ ਜ਼ਰੂਰ GST लगना चाहिए। ये तो फ़र्क बहुत पड़ेगा सर। कोरोना से पहले ही मतलब बिज़नेस ठप था, लेकिन जैसे अभी ट्रैक पर आ रहा था तो ये GST से मुझे नहीं लगता कि इससे मतलब बहुत फ़र्क पड़ेगा मतलब बिज़नेस पर। पहले भी मतलब 2 साल होटल इंडस्ट्री के माइनस में ही गए हैं, तो अभी ट्रैक पर आ रहे थे, लेकिन अब ये कारोबार पहले से भी ठप ही था, तो बहुत फ़र्क पड़ेगा काम पर। लोगों की जेब में कितना फ़र्क पड़ेगा? और ज़रूर फ़र्क पड़ेगा, क्यों नहीं पड़ेगा। सिस्टम को थोपा जा रहा है एक किस्म से गवर्नमेंट के द्वारा। श्रमों पे भी लग के लिए GST लगनी चाहिए कि नहीं लगनी चाहिए? और वहाँ पर देखो बजट भी काफ़ी कम होता है ना, तो उस पर से कस्टमर कहाँ से रेडी होगा GST देने के लिए।
गुरु घर की जो शराब बनी होती है लोगों की हेल्प के लिए होती है, थोड़ा कम रेट मिल जाते हैं, वहाँ भी लग रही है, वो लगनी चाहिए कि नहीं लगनी? बिल्कुल नहीं लगनी चाहिए। और 5 स्टार 3 स्टार होटलों में तो चलो फिर भी जायज़ है, लेकिन अब जो गुरु घर जहाँ पर तो एक किस्म से वो हेल्प थी एक लोगों के लिए, लेकिन वो भी अब एक किस्म से धक्का ही हो गया कि एक किस्म का। सही काम किया है गलत? बहुत गलत है मेरे हिसाब से। सरकार को क्या मैसेज देना चाहिए? सरकार को यही कि इस पर सोच विचार करना चाहिए, कम से कम छोटे होटलों में या जैसे गुरु घर की सराय वगैरह है उनमें से तो ये सब चीज़ें एकदम से माफ़ होनी चाहिए। हाँ जी, जी GST लग रही है 1000 ਤੋਂ ਉੱਤੇ नहीं लगनी चाहिए हैगी है, क्योंकि ਇੱਥੇ बहुत सारे कुछ लोग इस तरह के होंगे ने जो मतलब कि इस रूल ਨੂੰ फॉलो नहीं कर सकते हैं, तो ਉਹਨਾਂ ਵਾਸਤੇ ਸਾਰੀ ਸੁਵਿਧਾ ਹੋਣੀ ਬਹੁਤ ਜ਼ਰੂਰੀ ਹੈ ਤੇ ਅਸੀਂ ਉਹਨਾਂ ਦੇ ਨਾਲ ਹੀ ਸਹਿਮਤ ਹੈਗੇ ਹਾਂ। ਤੁਸੀਂ ਕਿੰਨੇ ਦਿਨ ਹੋ ਗਏ ਇੱਥੇ ਸਰਾਂ ਦੇ ਵਿੱਚ? ਇੱਥੇ ਸਾਨੂੰ ਅੱਜ ਤੀਸਰੇ ਦਿਨ ਹੋ ਗਏ ਆ। ਤੁਹਾਨੂੰ ਤਾਂ ਕੋਈ GST ਵਗੈਰਾ ਪੇ ਕਰਨੀ? ਨਹੀਂ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਹੈ, ਔਰ ਸੋਚਣਾ ਤਾਂ ਸਾਰਿਆਂ ਦੇ ਵਾਸਤੇ ਪੈਂਦਾ ਹੈਗਾ। ਲੇਬਰ ਦੇ ਉੱਤੇ ਕਿੰਨਾ ਕੁ ਅਸਰ ਪਏਗਾ GST ਲੱਗੇਗਾ? ਮੀਡੀਅਮ ਲੋਕਾਂ ਤੇ ਹੀ ਇੰਨਾ ਕਾਫੀ ਅਸਰ ਪੈਂਦਾ ਤਾਂ ਲੇਬਰ ਲੋਕ ਤੇ ਤਾਂ ਪੈਣਾ ਹੀ ਹੈ ਨਾ ਫਿਰ। ਲੱਗਦਾ ਕਿ ਸਰਾਵਾਂ ਤੇ ਵੀ GST ਲੱਗਣੀ ਚਾਹੀਦੀ ਹੈ? ਲੱਗਣੀ ਚਾਹੀਦੀ ਹੈ, ਲੱਗ ਤਾਂ ਹਰ ਪਾਸੇ ਹੀ ਰਹੀ ਹੈ, ਤੇ ਹੁਣ ਸਰਾਵਾਂ ਵੀ ਉਹਦੇ ਵਿੱਚ ਐਡ ਹੈਗੀਆਂ ਨੇ, ਹੈ ਨਾ। वैसे लगनी चाहिए कि नहीं लगनी? नहीं लगनी चाहिए, नहीं तो लगनी चाहिए है, ये तो चीज़ गलत है, नहीं लगनी चाहिए। सरकार वास्ते ਅਸੀਂ यही आखने ਚਾਹਾਂਗੇ ਕਿ ਸਾਰਿਆਂ ਨੂੰ ਇੱਕ ਬਰਾਬਰ ਨਾਲ ਲੈ ਕੇ ਚੱਲਣਾ ਚਾਹੀਦਾ ਹੈ, ਛੋਟੇ ਵੱਡੇ ਆ ਸਾਰੇ ਮੀਡੀਅਮ ਕਲਾਸ ਦੇ ਹੈਗੇ ਆ, ਤੇ ਇਹਨਾਂ ਸਾਰਿਆਂ ਵਾਸਤੇ ਸੁਵਿਧਾ ਹੋਣੀ ਚਾਹੀਦੀ ਹੈ।